ਇਹਦੀ ਪੰਜਕੂਲੇ ਜਦੋਂ ਇਹ ਪ੍ਰਧਾਨ ਸੀ ਕੋਠੀ ਬਣ ਰਹੀ ਹੈ ਜਿਹੜੀ ਕਾਰ ਸੇਵਾ ਵਾਲੇ ਬਣਾ ਰਹੇ ਆ। ਮੇਰੇ ਕੋਲ ਮੰਨੇ ਵੀ ਅਸੀਂ ਉਸ 'ਚ 2 ਕਮਰੇ ਬਣਾ ਰਹੇ ਆ। ਇਹੋ ਜਿਹੇ ਬੰਦਿਆਂ ਦਾ ਪ੍ਰਬੰਧ ਆ ਗਿਆ ਹੱਥਾਂ 'ਚ, ਉਹ ਕੀ ਕਰਨਗੇ, ਕੀ ਇਨਸਾਫ ਸੰਗਤਾਂ ਨੂੰ ਦੇਣਗੇ। ਕਹੀਂ ਜੀਆਂ ਉਸ ਪ੍ਰਬੰਧ 'ਚ ਨਿਘਾਰ ਆ ਗਏ। ਸਰਸੇ ਵਾਲੇ ਨੂੰ ਮਾਫ ਕਰਿਆ ਗਿਆ। ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਜਿਹੜਾ, ਉਹ ਵੀ ਕਹਿ ਰਿਹਾ ਵੀ ਲੰਮੇ ਸਮੇਂ ਤੋਂ RSS ਸ਼੍ਰੋਮਣੀ ਕਮੇਟੀ 'ਚ ਦਖਲਅੰਦਾਜ਼ੀ ਕਰ ਰਹੀ ਹੈ। ਅੱਜ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਇੱਕ ਪਰਿਵਾਰ ਦਾ, ਬਾਦਲ ਪਰਿਵਾਰ ਦਾ ਪ੍ਰਧਾਨ ਬਣਦਾ, ਉਹ ਵੀ ਉਹਨਾਂ ਦੇ ਉਸ ਨਾਲ ਬਣਦਾ। ਉਹਨਾਂ ਨੇ ਲਿਖ ਕੇ ਲਿਫਾਫੇ 'ਚ ਪਾ ਕੇ ਭੇਜ ਦੇਣਾ, ਕਿਸੇ ਨੇ ਉਸ 'ਤੇ ਕਿੰਤੂ ਪਰੰਤੂ ਨਹੀਂ ਕਰਨਾ। ਅੱਜ ਵੀ ਬਾਦਲ ਕੋਈ ਅੰਦਰੂਨੀ BJP ਦੇ ਖਿਲਾਫ ਨਹੀਂ ਹੈ। ਜੇ ਕੱਲ੍ਹ ਨੂੰ ਕਿਤੇ ਮੋਰਚਾ ਖਤਮ ਹੋ ਜਾਂਦਾ, ਇਹਨੇ ਬਾਦਲ ਨੇ ਫੇਰ ਉਹਨਾਂ ਨੂੰ ਚੰਗਾ ਕਹਿਣਾ। ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹਨੂੰ ਕਾਇਮ ਫੇਰ ਕਰ ਲੈਣਾ ਇਹਨੇ। ਜਿਸ ਤਰੀਕੇ ਨਾਲ ਕੋਠੀ ਪਾ ਰਹੇ ਨੇ, ਲੱਗਦਾ ਕਿ ਜਿਹੜਾ ਪੈਸਾ ਹੈਗਾ ਉਹ ਪੈਸਾ ਵੀ ਕਿਤੇ ਨਾ ਕਿਤੇ ਗੋਲ ਕਰਾਈ ਆਇਆ। ਦੇਖੋ, ਪੈਸਾ ਤਾਂ ਗੋਲਕਾ ਹੋ ਰਹੇ, ਹੜਤਾ ਨਹੀਂ ਚਲਾਉਂਦੇ ਹੈ। ਅਸੀਂ ਕਿਰਤ ਕਰਦੇ ਹਾਂ, ਸਾਡੇ ਕੋਲ ਜ਼ਮੀਨਾਂ ਵੀ ਹੈ, ਕਿਰਤ ਵੀ ਕਰਦੇ ਹਾਂ। ਜਦ ਵੀ ਮਸਾਂ ਗੁਜ਼ਾਰਾ ਹੋ ਰਿਹਾ। ਇਹ ਹੁਣ ਐਡੀਆਂ ਗੱਡੀਆਂ ਲਈ ਫਿਰ ਰਹੇ ਹੈ, ਇਹਨਾਂ ਦੇ ਬੱਚੇ ਗੱਡੀਆਂ ਲਈ ਫਿਰ ਰਹੇ ਹੈ, ਐਡੀ ਕੋਠੀਆਂ ਬਣਾ ਰਹੇ ਹੈ ਕਿ ਇਹਨਾਂ ਦੇ 4 ਹੱਥ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। SGPC ਨੂੰ ਲੈ ਕੇ ਲਗਾਤਾਰ ਜਿਹੜੇ ਘਪਲਿਆਂ ਦੀ ਲਿਸਟ ਉਹ ਵੱਧਦੀ ਜਾ ਰਹੀ ਹੈ। ਲਗਾਤਾਰ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ, ਗੱਲਾਂ ਵੀ ਕਹੀਆਂ ਜਾਂਦੀਆਂ ਨੇ। ਪਹਿਲਾਂ ਵੀ ਤੁਸੀਂ ਦੇਖੀ ਹੋਏਗੀ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਪ੍ਰੈਸ ਕਾਨਫਰੰਸ ਕਰਦੇ ਨੇ। ਫਰਨੀਚਰ ਨੂੰ ਲੈ ਕੇ ਵੀ ਇੱਕ ਲੰਮਾ ਦੌਰ ਚੱਲਦਾ ਹੈ, ਉਸ ਵਿੱਚ ਵੀ ਕਿਹਾ ਜਾਂਦਾ ਕਿ ਘਪਲੇ ਹੋਏ ਨੇ। ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਹੋਈ ਹੈ, ਜ਼ਮੀਨ ਨੂੰ ਲੈ ਕੇ ਘਪਲੇ ਕੀਤੇ ਗਏ ਨੇ SGPC ਵੱਲੋਂ। ਤਾਂ ਅਕਾਲ ਯੂਥ ਜਿਹੜੀ ਹੈ, ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੋਟੈਸਟ ਕਰਨ ਜਾ ਰਹੀ ਹੈ 10 ਅਪ੍ਰੈਲ ਨੂੰ। SGPC ਦੇ ਬਾਅਦ ਪਹਿਲਾਂ ਵੀ ਪ੍ਰੋਟੈਸਟ ਹੋਇਆ ਸੀ। ਟਾਸਕ ਫੋਰਸਾਂ ਨੇ ਪਹਿਲਾਂ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਸੀ, ਜਾਂ ਕਹਿ ਦਈਏ ਕਿ ਲਾਠੀ ਚਾਰਜ ਕੀਤਾ ਸੀ। ਤੁਸੀਂ ਉਹਨੇ ਜ਼ਿਕਰ ਕਰ ਰਹੇ ਸੀ ਲੌਂਗੋਵਾਲ ਦਾ, ਲੌਂਗੋਵਾਲ ਦੀ ਕੋਠੀ ਦਾ ਜ਼ਿਕਰ ਕਰ ਰਹੇ ਸੀ। ਉਹ ਸਾਰਾ ਮਸਲਾ ਕੀ ਹੈ? ਉਹ ਨਾ ਚਲੋ, ਹੁਣ ਮਸਲੇ ਤਾਂ ਬਹੁਤ ਸਾਰੇ ਹੈ। ਇਹਨਾਂ ਦੇ ਸਾਰਾ ਜਿਹੜਾ ਗੁਰੂ ਦੀ ਗੋਲਕ ਦਾ ਪੈਸਾ ਉਹ ਆਪਣੇ ਉਸ ਵਾਸਤੇ ਵਰਤ ਰਹੇ ਹੈ। ਪਿੱਛੇ ਇਹਦੀ ਪੰਜਕੂਲੇ ਜਦੋਂ ਇਹ ਪ੍ਰਧਾਨ ਸੀ, ਪੰਜਕੂਲੇ ਦੀ ਕੋਠੀ ਬਣ ਰਹੀ ਹੈ ਜਿਹੜੀ ਕਾਰ ਸੇਵਾ ਵਾਲੇ ਬਣਾ ਰਹੇ ਆ। ਮੈਂ ਉਹ ਸਪਸ਼ਟ ਕਰਨੀ ਚਾਹੁੰਦਾ ਵੀ ਉਹ ਕਾਰ ਸੇਵਾ ਵਾਲੇ ਮੇਰੇ ਕੋਲ ਮੰਨੇ ਵੀ ਅਸੀਂ ਉਸ 'ਚ 2 ਕਮਰੇ ਬਣਾ ਰਹੇ ਹਾਂ। ਪਰ ਇਹ ਸਾਰੀ ਕੋਠੀ ਦੱਸੋ, ਸੰਗਤਾਂ ਦਾ ਪੈਸਾ ਉਹ ਸਾਰਾ ਉਸ 'ਤੇ ਲੱਗ ਰਿਹਾ। ਅਰਬਾਂ ਰੁਪਈਆ ਜਿਹੜਾ ਇਹ ਨਿੱਜੀ ਆਪਣੇ ਫਾਇਦੇ ਵਾਸਤੇ, ਨਿੱਜੀ ਸਿਆਸਤ ਵਾਸਤੇ, ਆਪਣੀ ਕੁਰਸੀਆਂ ਕਾਇਮ ਕਰਨ ਵਾਸਤੇ ਗੁਰੂ ਘਰਾਂ ਦਾ ਪੈਸਾ ਵਰਤ ਰਹੇ ਹੈ। ਅੱਛਾ, ਇੱਕ ਗੱਲ ਸਪਸ਼ਟ ਕਰ ਦਿਆਂ ਮੈਂ, ਜਿਹੜੀ ਸ਼੍ਰੋਮਣੀ ਕਮੇਟੀ ਹੈ ਨਾ, ਉਹ ਬਹੁਤ ਕੁਰਬਾਨੀਆਂ ਤੋਂ ਬਾਅਦ ਬਣੀ ਸੀ। ਅਸੀਂ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜਾ ਅੱਜ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਦਾ, ਉਹ ਉਹਨਾਂ ਹੱਥਾਂ 'ਚ ਆ ਗਿਆ ਜਿਹੜੇ ਕਰਪਟ ਹੈ। ਸਰਕਾਰ ਤੋਂ ਵੀ ਕਰਪਟ ਹੋ ਗਏ। ਪਿਛਲੇ ਸਮੇਂ ਦੇਖਿਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਐਗਜ਼ੈਕਟਿਵ ਦੇ ਮੈਂਬਰ, ਸੁੱਚਾ ਸਿੰਘ ਲੰਗਾਹ ਵਰਗੇ ਇਹੋ ਜਿਹੇ ਬੰਦਿਆਂ ਦਾ ਪ੍ਰਬੰਧ ਆ ਗਿਆ ਹੱਥਾਂ 'ਚ, ਉਹ ਕੀ ਕਰਨਗੇ, ਕੀ ਇਨਸਾਫ ਸੰਗਤਾਂ ਨੂੰ ਦੇਣਗੇ। ਦੋਸ਼ ਲੱਗੇ, ਅਕਾਲ ਤਖ਼ਤ ਸਾਹਿਬ ਤੋਂ ਉਹਨੂੰ ਦੋਸ਼ੀ ਕਰਾਰ ਦੇ ਦਿੱਤਾ, ਪਰ ਉਹਨੂੰ ਕਿਸੇ ਨਾ ਕਿਸੇ ਰਸਤੇ 'ਚ ਫੇਰ ਕਈ ਵਾਰੀ ਕਰਦੇ ਆ ਜਿਹੜੇ ਹੁਣ ਕਿਉਂ ਮੀਡੀਆ ਰਾਹੀਂ ਸਾਰੇ ਜਾਗਰੂਕ ਹੈ, ਉਹਦਾ ਵਿਰੋਧ ਹੁੰਦਾ ਫਿਰ ਚੁੱਪ ਕਰ ਜਾਂਦੇ। ਕਹੀਂ ਜੀਆਂ ਉਸ ਪ੍ਰਬੰਧ 'ਚ ਨਿਘਾਰ ਆ ਗਏ। ਸਰਸੇ ਵਾਲੇ ਨੂੰ ਮਾਫ ਕਰਿਆ ਗਿਆ। ਹੁਣ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ ਜਿਹੜਾ, ਉਹ ਵੀ ਕਹਿ ਰਿਹਾ ਵੀ ਲੰਮੇ ਸਮੇਂ ਤੋਂ RSS ਸ਼੍ਰੋਮਣੀ ਕਮੇਟੀ 'ਚ ਦਖਲਅੰਦਾਜ਼ੀ ਕਰ ਰਹੀ ਹੈ। ਪਹਿਲਾਂ ਕੀ ਮਜਬੂਰੀ ਸੀ ਜਿਹੜਾ ਉਹਨੇ ਦੱਸਿਆ ਨਹੀਂ ਵੀ ਅੱਜ ਉਹਦੇ ਯਾਦ ਆਇਆ? ਪਤਾ ਸਾਰਾ ਸੀ, ਕਿਉਂਕਿ ਅੱਜ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਇੱਕ ਪਰਿਵਾਰ ਦਾ, ਬਾਦਲ ਪਰਿਵਾਰ ਦਾ ਪ੍ਰਧਾਨ ਬਣਦਾ, ਉਹ ਵੀ ਉਹਨਾਂ ਦੇ ਉਸ ਨਾਲ ਬਣਦਾ। ਉਹਨਾਂ ਨੇ ਲਿਖ ਕੇ ਲਿਫਾਫੇ 'ਚ ਪਾ ਕੇ ਭੇਜ ਦੇਣਾ, ਕਿਸੇ ਨੇ ਉਸ 'ਤੇ ਕਿੰਤੂ ਪਰੰਤੂ ਨਹੀਂ ਕਰਨਾ। ਬੀਬੀ ਜਗੀਰ ਕੋਲ ਲਿਫਾਫੇ 'ਚ ਆਏ ਨੇ? ਬਿਲਕੁਲ ਸਾਰੇ ਜਿੰਨੇ ਵੀ ਪਿਛਲੇ ਪ੍ਰਧਾਨ ਆਉਂਦੇ ਰਹੇ ਆ, ਸਾਰੇ ਲਿਫਾਫੇ 'ਚ ਆਉਂਦੇ ਰਹੇ ਆ। ਸੁਖਬੀਰ ਇੱਕ ਦਿਨ ਪਹਿਲਾਂ ਉਹ ਫਾਰਮੈਲਿਟੀ ਪੂਰੀ ਕਰਨ ਵਾਸਤੇ ਉਹ ਕੋਰ ਕਮੇਟੀ ਜਾਂ ਜੋ ਐਗਜ਼ੈਕਟਿਵ ਦੀ ਮੈਂਬਰਾਂ ਦੀ ਮੀਟਿੰਗ ਸੱਦਦਾ, ਉਹਨਾਂ ਦੇ ਵਿਚਾਰ ਲੈਂਦਾ, ਪਰ ਕਰਦਾ ਤਾਂ ਮਨਮਰਜ਼ੀ ਹੈ ਨਾ, ਬਣਦਾ ਤਾਂ ਉਹਦੇ ਇਸ਼ਾਰੇ ਨਾਲ ਹੈ। ਇਸ ਕਰਕੇ ਪ੍ਰਬੰਧ ਸਾਰਾ ਉਹਨਾਂ ਦੇ ਹੱਥਾਂ 'ਚ ਆ ਗਿਆ।
ਹੈ। ਅਸੀਂ ਪ੍ਰਬੰਧ ਨੂੰ ਖਤਮ ਕਰਨ ਵਾਸਤੇ ਸੰਗਤਾਂ ਨੂੰ ਸੁਚੇਤ ਕਰਦੇ। ਅੱਛਾ, ਜੇ ਸਿੰਘ ਤੁਸੀਂ ਲੌਂਗੋਵਾਲ ਦੀ ਗੱਲ ਚੁੱਕਦੇ ਆ, ਪੰਚਕੂਲਾ 'ਚ ਕੋਠੀ ਬਣਦੀ ਹੈ, ਕੋਠੀ ਬਣਾ ਕੌਣ ਦਿਆ ਕਿ ਕਾਸੇ ਵਾਲੇ ਕੋ ਲੱਗੇ ਨੇ ਉਸ ਕੰਮ ਨੂੰ ਕਰਨ ਲਈ? ਲੱਗੇ ਤਾਂ ਦੇਖੋ ਠੇਕੇਦਾਰ ਲੱਗਿਆ ਹੋਣਾ, ਕਾਰ ਸੇਵਾ ਵਾਲਾ ਆਪ ਤਾਂ ਨਹੀਂ ਉੱਥੇ ਇੱਟਾਂ ਢੋ ਰਹੇ, ਬਣਾ ਤਾਂ ਮਤਲਬ ਜਿਹੜਾ ਪੈਸਾ ਉਹ ਲੱਗ ਰਿਹਾ ਉਹ ਉਹਨਾਂ ਵੱਲੋਂ ਲੱਗ ਰਿਹਾ। ਇਸੇ ਤਰ੍ਹਾਂ ਇਹ ਦੋਸ਼ ਮੱਕੜ ਤੇ ਵੀ ਲੱਗਦੇ ਰਹੇ, ਲੁਧਿਆਣੇ 'ਚ ਬਣਾਈਆਂ, ਇਹ ਸਾਰੇ ਹੀ ਵਰਤ ਰਹੇ, ਇਹ ਜੁੜੇ। ਸਾਰਾ ਸੰਗਤ ਦਾ ਪੈਸਾ ਇਸ ਪਾਸੇ ਲੱਗ ਰਿਹਾ। ਬਿਲਕੁਲ ਬਿਲਕੁਲ, ਮੈਂ ਕਹਿੰਦਾ ਅੱਜ 80% ਪੈਸਾ ਜਿਹੜਾ ਉਹ ਇਸ ਪਾਸੇ ਲੱਗ ਰਿਹਾ। ਵੀ ਕੋਠੀਆਂ ਬਣਾ ਦੇਣ ਆਪਣੇ ਜਿੰਨੇ ਵੀ ਜੋ ਵੀ ਇਹਨਾਂ ਦੇ ਫਾਇਦੇ ਹੁੰਦੇ ਆ, ਇਸੇ ਕਰਕੇ ਕਾਬਜ਼ ਵੀ ਇਸੇ ਕਰਕੇ ਆ, ਜਿਹੜੇ ਮੈਂਬਰ ਜੁੜੇ ਹੋਏ ਆ ਇਸੇ ਕਰਕੇ ਜੁੜੇ ਹੋਏ ਆ, ਉਹਨਾਂ ਦੀ ਜ਼ਮੀਰਾਂ ਅੱਗੇ ਨਹੀਂ ਦਿੰਦੀਆਂ। ਬੜੇ ਕਪਲੇ ਹੋਏ ਨੇ। ਇੱਕ ਕਿਤਾਬ ਵੀ ਐਸੀ ਹਰਚਰਨ ਸਿੰਘ ਦੀ, ਤੁਹਾਨੂੰ ਯਾਦ ਹੋਣਾ, ਮੁੱਖ ਸਕੱਤਰ ਰਹਿ ਚੁੱਕੇ ਨੇ, ਅੱਜ ਕੱਲ੍ਹ ਇਸ ਦੁਨੀਆ ਦੇ ਵਿੱਚ ਨਹੀਂ ਹੈ। ਉਹਨਾਂ ਨੇ ਬੜੀ ਲੰਮੀ ਚੌੜੀ ਕਿਤਾਬ ਲਿਖੀ ਹੈ SGPC ਉੱਤੇ, ਕਪਲੇ ਜਿਹੜੇ ਹੋਏ ਨੇ ਉਹਦੇ ਵਿੱਚ ਵੀ ਕਿਸ ਸਿੱਕੇ ਨਾਲ ਦੁਰਵਰਤੋਂ ਕੀਤੀ ਜਾਂਦੀ ਹੈ, ਕਿਸ ਸਿੱਕੇ ਨਾਲ ਉੱਥੇ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਜੋ ਸੇਵਾਦਾਰ ਲੱਗੇ ਨੇ, ਪਰ ਜਿਹੜੇ ਉੱਪਰਲੇ ਉਹਦੇ ਹੁੰਦੇ ਨੇ ਜਿਨ੍ਹਾਂ ਦੇ ਵੱਡੇ ਵੱਡੇ, ਉਹ ਸਾਰਾ ਫਾਇਦਾ ਚੁੱਕ ਲੈਂਦੇ ਨੇ। ਦੇਖੋ ਜੀ, ਜਿਹੜੀ ਉਹ ਕਿਤਾਬ ਦੀ ਗੱਲ ਕਰਦੇ ਆ ਮੈਂ, ਉਹ ਸਾਹਮਣੇ ਰਿਹਾ ਇਹਨਾਂ ਕਪਲਿਆਂ 'ਚ। ਹਰਚਰਨ ਸਿੰਘ ਸੀ ਜਿਹੜਾ ਆਪ, ਉਹਨਾਂ ਨੇ 3 ਲੱਖ ਰੁਪਏ ਉਹਦੀ ਤਨਖਾਹ ਸੀ। ਜੇ ਉਹਨੂੰ ਕੋਈ ਹਮਦਰਦੀ ਹੁੰਦੀ ਫ੍ਰੀ 'ਚ ਸੇਵਾ ਕਰਦਾ, ਪਰ ਜਦੋਂ ਉਹਨੂੰ 8 ਲੱਖ ਦੀ ਡਿਮਾਂਡ ਕਰ ਰਿਹਾ ਸੀ, ਉਹ ਇਹਨਾਂ ਨੇ ਉਹ ਪੂਰੀ ਨਹੀਂ ਕਰੀ, ਉਹ ਪਾਸੇ ਹੋ ਗਿਆ, ਉਹ ਉਹਨਾਂ ਦੇ ਖਿਲਾਫ ਲੱਗ ਗਿਆ ਬੋਲਣ। ਗੱਲ ਤਾਂ ਇਹਨਾਂ ਦੀ ਹੈ ਵੀ ਜਦੋਂ ਤੱਕ ਦਾ ਇਹਨਾਂ ਦਾ ਆਪਸ 'ਚ ਦਾਲ ਫੁਲਕਾ ਚੱਲਦਾ, ਉਦੋਂ ਤੱਕ ਤਾਂ ਠੀਕ ਹੈ, ਸਾਰਾ ਕੁਝ ਚੰਗਾ। ਹੁਣ ਅੱਜ BJP ਨਾਲ ਇਹਨਾਂ ਦਾ ਥੋੜਾ ਫਰਕ ਪੈ ਗਿਆ, ਇੱਕ ਮਜਬੂਰੀ ਬਸ, ਸਿਰਫ ਇਹ ਕਿਸਾਨਾਂ ਦੀ ਹਮਦਰਦੀ ਲੈਣ ਵਾਸਤੇ। ਅੱਜ ਵੀ ਬਾਦਲ ਕੋਈ ਅੰਦਰੂਨੀ BJP ਦੇ ਖਿਲਾਫ ਨਹੀਂ ਹੈ, ਸਿਰਫ ਉਹਨਾਂ ਦੀ ਹਮਦਰਦੀ ਲੈਣ ਵਾਸਤੇ ਕਹਿ ਰਿਹਾ ਵੀ ਸ਼੍ਰੋਮਣੀ ਕਮੇਟੀ 'ਚ RSS ਦਖਲ ਅੰਦਾਜ਼ੀ ਕਰ ਰਹੀ ਹੈ। ਇਹ ਮਜਬੂਰੀ ਹੈ। ਜੇ ਕੱਲ ਨੂੰ ਕਿਤੇ ਮੋਰਚਾ ਖਤਮ ਹੋ ਜਾਂਦਾ, ਇਹਨੇ ਬਾਦਲ ਨੇ ਫੇਰ ਉਹਨਾਂ ਨੂੰ ਚੰਗਾ ਕਹਿਣਾ, ਜਿਹੜਾ 9 ਮਾਸ ਦਾ ਰਿਸ਼ਤਾ ਸੀ ਉਹਨੂੰ ਕਾਇਮ ਫੇਰ ਕਰ ਲੈਣਾ ਇਹਨੇ। ਦੁਬਾਰਾ ਸੱਤਾ 'ਚ ਆ ਜਾਣਗੇ। ਬਿਲਕੁਲ ਬਿਲਕੁਲ ਆ ਸਕਦੇ ਹੈ, ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਜੀ। ਜਦੋਂ ਵੀ ਇਹ ਇਹਨਾਂ ਨੂੰ ਕੁਝ ਦੇਣਗੇ ਲੈਣ ਵਾਸਤੇ, ਹੁਣ ਤੱਕ ਉਹਨਾਂ ਬਿੱਲਾਂ ਦੀ ਹਮਾਇਤ ਕਰਦੇ ਰਹੇ, ਤੁਹਾਨੂੰ ਸਾਰਾ ਪਤਾ। ਬੀਬੀ ਸਿਮਰਤ ਕੌਰ ਬਾਦਲ ਜਿਹੜੀ ਮੰਤਰੀ ਬਣੀ ਵੀ ਸੀ, ਉਹ ਉਹਨਾਂ ਦੀ ਆਪ ਹਮਾਇਤ ਕਰਦੀ ਰਹੀ, ਸਗੋਂ ਕਿਸਾਨਾਂ ਨੂੰ ਗੁੰਮਰਾਹ ਹੋਏ ਦੱਸਦੀ ਰਹੀ। ਅੱਛਾ, ਜਿਸ ਤਰੀਕੇ ਨਾਲ ਕਪੜੇ ਦੀ ਗੱਲ ਕਰੀ, ਪਰਮਿੰਦਰ ਸਿੰਘ ਢੀਂਡਸਾ ਨੇ ਵੀ ਫਰਨੀਚਰ ਦੀ ਗੱਲ ਚੱਕੀ ਸੀ, ਜੋ ਤੇ ਸਲਾਹ ਬਣੀ ਉਸ 'ਚ ਫਰਨੀਚਰ ਲੈ ਕੇ ਚਾਈਨਾ 'ਚੋਂ ਸਮਾਨ ਆਇਆ ਸੀ, ਦਸਤਖਤ ਵੀ ਨਹੀਂ ਕੀਤੇ ਸੀ ਗਏ ਸੀ ਉਸ ਤੋਂ ਬਾਅਦ ਸਕੱਤਰਾਂ ਵੱਲੋਂ। ਇਹ ਲੰਮਾ ਦੌਰ ਚੱਲਦਾ ਰਿਹਾ ਕਪਲਿਆਂ ਦੇ ਉੱਤੇ। ਜਦੋਂ ਕੋਈ ਸਵਾਲ ਖੜੇ ਕਰਦਾ, ਫਿਰ ਆਮ ਲੋਕ ਵੀ ਕਹਿਣ ਲੱਗ ਪੈਂਦੇ ਨੇ ਕਿ ਸਾਡੀ ਆਸਥਾ ਦੇ ਸਵਾਲ ਖੜਾ ਕੀਤਾ ਜਾ ਰਿਹਾ, ਜਦ ਕਿ ਸਵਾਲ ਆਸਥਾ ਦੇ ਨਹੀਂ, ਸਵਾਲ SGPC ਦੇ ਉੱਤੇ ਹੈ ਕਿ SGPC ਕੀ ਕੰਮ ਕਰ ਰਹੀ ਹੈ। ਕਿ SGPC ਕੋ ਹਿਸਾਬ ਮੰਗਿਆ ਜਾ ਸਕਦਾ ਕਿ ਇੱਕ ਆਮ ਸਿੱਖ SGPC ਕੋ ਹਿਸਾਬ ਮੰਗ ਸਕਦਾ? ਦੇਖੋ ਗੱਲ ਹੈ, ਉਸ ਪ੍ਰਬੰਧ ਤੋਂ ਹਿਸਾਬ ਮੰਗ ਸਕਦਾ। ਸ਼੍ਰੋਮਣੀ ਕਮੇਟੀ ਨੂੰ ਅੱਜ ਵੀ ਨਹੀਂ ਅਸੀਂ ਨਕਾਰਦੇ, ਮਾੜੀ ਨਹੀਂ ਕਹਿੰਦੇ। ਸ਼੍ਰੋਮਣੀ ਕਮੇਟੀ ਹੈ ਇੱਕ ਸਤਿਕਾਰਯੋਗ ਹੈ, ਪਰ ਜਿਹੜਾ ਪ੍ਰਬੰਧ ਹੋ ਗਿਆ, ਜਿਨ੍ਹਾਂ ਦੇ ਹੱਥਾਂ 'ਚ ਚਲੇ ਗਿਆ ਨਾ, ਉਹ ਪ੍ਰਬੰਧ ਕਰਪਟ ਹੋ ਚੁੱਕਿਆ। ਇਸ ਕਰਕੇ ਸਾਡਾ ਹੱਕ ਬਣਦਾ ਵੀ ਉਸ ਨੂੰ ਅਸੀਂ ਨੰਗਾ ਕਰੀਏ। ਹੁਣ ਤੱਕ ਜਿਹੜਾ ਲੋਕ ਬੋਲਦੇ ਨਹੀਂ, ਇਸੇ ਕਰਕੇ ਕਿ ਉਹਨਾਂ ਦੀ ਭਾਵਨਾ ਜਿਹੜੀ ਗੁਰੂ ਨਾਲ ਜੁੜੀ ਵੀ ਆ, ਵੀ ਕਿਤੇ ਸਾਨੂੰ ਗੁਰੂ ਦੀ ਕੋਈ ਨਾਰਾਜ਼ਗੀ ਨਾ ਹੋ ਜੇ ਅਸੀਂ ਇਹਨਾਂ ਦੇ ਖਿਲਾਫ ਬੋਲੇ। ਹੁਣ ਤੱਕ ਸਾਡੇ ਬਜ਼ੁਰਗ ਵੀ ਜਿਹੜੇ ਵੋਟਾਂ ਪਾਉਂਦੇ ਰਹੇ ਸਿਰਫ ਪੰਥ ਦੇ ਨਾਂ ਤੇ, ਜਦੋਂ ਕਿ ਇਹਨਾਂ ਕੋਲ ਹੁਣ ਪੰਥਕ ਗੱਲ ਕੋਈ ਰਹੀ ਹੈ ਨਹੀਂ, ਕੋਈ ਪੰਥਕ ਮੁੱਦਾ ਨਹੀਂ ਰਿਹਾ, ਬਸ ਇਸੇ ਤੇ ਵੋਟਾਂ ਪਾ ਰਹਿੰਦੇ ਨੇ। ਸਾਡੀਆਂ ਮਾਈਆਂ ਵੀ ਇਹ ਪੰਥ ਹੈ ਜੀ, ਅਸੀਂ ਤੱਖੜੀ ਨੂੰ ਵੋਟ ਪਾਉਣੀ ਹੈ। ਅੱਛਾ, ਇੱਕ ਮੇਰਾ ਹੋਰ ਸਵਾਲ ਹੈ ਕਿ ਤੁਸੀਂ ਲੌਂਗੋਵਾਲ ਸਾਹਿਬ ਦੀ ਗੱਲ ਕੀਤੀ ਹੈ, ਜਦੋਂ ਕੋਈ ਹੁਣ ਪ੍ਰਧਾਨ ਰਹਿ ਚੁੱਕੇ ਨੇ ਉੱਥੇ SGPC ਦੇ, ਜਿਸ ਤਰੀਕੇ ਨਾਲ ਕੋਠੀ ਪਾ ਰਹੇ ਨੇ, ਲੱਗਦਾ ਕਿ ਜਿਹੜਾ ਪੈਸਾ ਹੈਗਾ ਉਹ ਪੈਸਾ ਵੀ ਕਿਤੇ ਨਾ ਕਿਤੇ ਗੋਲਕ ਰਾਹੀਂ ਆਇਆ। ਦੇਖੋ, ਪੈਸਾ ਤਾਂ ਗੋਲਕਾ ਹੋ ਰਹੇ, ਹੜ ਤਾਂ ਨਹੀਂ ਚਲਾਉਂਦੇ ਹੈ। ਅਸੀਂ ਕਿਰਤ ਕਰਦੇ ਹਾਂ, ਸਾਡੇ ਕੋਲ ਜ਼ਮੀਨਾਂ ਵੀ ਹੈ, ਕਿਰਤ ਵੀ ਕਰਦੇ ਹਾਂ, ਜਦ ਵੀ ਮਸਾਂ ਗੁਜ਼ਾਰਾ ਹੋ ਰਿਹਾ। ਇਹ ਹੁਣ ਐਡੀਆਂ ਗੱਡੀਆਂ ਲਈ ਫਿਰ ਰਹੇ ਹੈ, ਇਹਨਾਂ ਦੇ ਬੱਚੇ ਗੱਡੀਆਂ ਲਈ ਫਿਰ ਰਹੇ ਹੈ, ਐਡੀ ਕੋਠੀਆਂ ਬਣਾ ਰਹੇ ਹੈ ਕਿ ਇਹਨਾਂ ਦੇ 4 ਹੱਥ ਹੈ। ਸਾਰਾ ਪੈਸਾ ਹੀ ਉਹ ਹੈ ਜਿਹੜਾ ਇਹ ਉਸ ਵਾਸਤੇ ਆਪਣੇ ਵਰਤ ਰਹੇ ਹਾਂ ਜੀ। ਇਹ ਤਾਂ ਸਿਰਫ ਆਮ ਸਿੱਖ ਹੈ ਜਿਹੜਾ ਇਸ ਤੋਂ ਡਰਦਾ ਵੀ ਮੈਂ ਇਹਦੇ ਖਿਲਾਫ ਕੋਈ ਹੋਇਆ, ਕਦੇ ਗੁਰੂ ਦੀ ਨਾਰਾਜ਼ਗੀ ਨਾ ਮੈਨੂੰ ਹੋਏ। ਪਰ ਹੁਣ ਜਿਹੜਾ ਆਮ ਸਿੱਖ ਨੂੰ ਬੋਲਣਾ ਚਾਹੀਦਾ, ਉਹ ਅਵੇਅਰ ਹੁੰਦੀਆਂ ਜਾ ਰਹੀਆਂ, ਉਹਨਾਂ ਨੂੰ ਪਤਾ ਲੱਗ ਰਿਹਾ, ਖਾਸ ਕਰਕੇ ਸੋਸ਼ਲ ਮੀਡੀਆ ਰਾਹੀਂ ਹਰ ਇੱਕ ਜਵਾਬ ਮੰਗ ਰਿਹਾ ਇਹਨਾਂ ਤੋਂ। ਇਸ ਕਰਕੇ ਆਉਂਦੇ ਦਿਨਾਂ 'ਚ ਜਿਹੜਾ ਇਹਨਾਂ ਦਾ ਹੁਣ ਹਾਲਤ ਹੋ ਚੁੱਕੀ ਨਾ, ਹੋਰ ਵੀ ਬਦਤਰ ਹੋ ਜਾਣੀ ਹੈ। ਤੁਹਾਨੂੰ ਲੱਗਦਾ ਜੇ ਇਸ ਤਰੀਕੇ ਨਾਲ ਪਹਿਲਾਂ ਵੀ ਜ਼ਿਕਰ ਆਉਂਦਾ ਸੀ ਕਿ ਧਰਮ ਤੇ ਅਲੱਗ-ਅਲੱਗ ਹੋਣਾ ਚਾਹੀਦਾ, ਧਰਮ ਆਪਣੀ ਜਗ੍ਹਾ ਤੇ ਹੋਣਾ ਚਾਹੀਦਾ, ਰਾਜਨੀਤੀ ਅਲੱਗ ਹੋਣੀ ਚਾਹੀਦੀ ਹੈ, ਫਿਰ ਦੋਨਾਂ ਨੂੰ ਮਿਕਸ ਕੀਤਾ ਜਾ ਰਿਹਾ। ਮਿਕਸ ਕਰਨ ਦੇ ਨਾਲ SGPC ਨੂੰ ਵੀ ਨੁਕਸਾਨ ਹੁੰਦਾ ਜਾ ਰਿਹਾ। ਤੁਸੀਂ ਕਿਹਾ ਕਿ SGPC ਸੰਸਥਾ ਮਾੜੀ ਨਹੀਂ, ਪਰ ਪ੍ਰਬੰਧ ਜਿਹੜਾ ਮਾੜਾ ਹੈਗਾ, ਪਰ ਲੱਗਦਾ ਕਿ ਰਾਜਨੀਤੀ ਵੜ ਗਈ ਉੱਥੇ ਜਾ ਕੇ ਤਾਂ ਮਾੜਾ ਹੋ ਗਿਆ ਹਾਲ। ਦੇਖੋ ਜੀ, ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਨਕਾਰਦੇ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਤੇ ਸਿਆਸਤ ਇਕੱਠੇ ਕਰੇ ਹੈ, ਪਰ ਲੋੜ ਹੈ ਅੱਜ ਉਹ ਸਿਆਸਤ ਨੂੰ ਧਰਮ ਦੇ ਅਨੁਸਾਰ ਚਲਾਉਣ ਦੀ। ਦੇਖੋ ਜੋ ਗੁਰੂ ਦਾ ਉਪਦੇਸ਼ ਹੈ ਸਾਨੂੰ, ਉਸ ਨੂੰ ਅਸੀਂ ਮੁੱਖ ਰੱਖਦੇ ਹੋਏ ਸਿਆਸਤ ਕਰੀਏ। ਠੀਕ ਹੈ, ਇਹਨਾਂ ਨੂੰ ਸੇਵਾ ਸੌਂਪੀ ਗਈ, ਉਸ ਗੱਲ ਨੂੰ ਸਾਹਮਣੇ ਰੱਖਣ ਵੀ ਅਸੀਂ ਪੂਰੀ ਇਮਾਨਦਾਰੀ ਨਾਲ ਕਰਨੀ ਹੈ, ਗੁਰੂ ਨੂੰ ਸਨਮੁਖ ਰੱਖ ਕੇ ਰਾਣੀ ਹੈ। ਉਹ ਸਿਆਸਤ ਵੀ ਚੰਗੀ ਹੋਏਗੀ ਜਿਹੜੀ ਧਰਮ ਨਾਲ ਚਲੇਗੀ। ਅਸੀਂ ਬਿਲਕੁਲ ਨਹੀਂ ਇਸ ਚੀਜ਼ ਨੂੰ ਕੰਡੈਮ ਕਰਦੇ ਵੀ ਧਰਮ ਤੇ ਸਿਆਸਤ ਵੱਖ ਹੋਣੇ ਚਾਹੀਦੇ, ਕਿਉਂਕਿ ਸਾਡੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਹੈ, ਅਸੀਂ ਉਸ ਤੇ ਪਹਿਰਾ ਦੇਣੇ ਹੈ, ਪਰ ਸਿਆਸਤ ਵਾਕਈ ਧਰਮ ਦੇ ਅਨੁਸਾਰ ਚਲਾਈ ਜਾਏ। ਲੱਗਦਾ ਕਿ ਗੋਲਕਾਂ ਦਾ ਪੈਸਾ ਵੀ ਸਿਆਸਤ ਤੇ ਵਰਤਿਆ ਜਾਂਦਾ ਹੈ। ਬਿਲਕੁਲ ਹੁਣ ਵਰਤ ਰਿਹਾ। ਜੇ ਕਿਤੇ ਉਹੀ ਪੈਸਾ ਕੌਮ ਦੇ ਭਲੇ ਲਈ ਵਰਤਿਆ ਜਾਵੇ ਨਾ, ਅੱਜ ਕੌਮ ਕਿੱਥੇ ਚੜ੍ਹਦੀ ਕਲਾ 'ਚ ਹੋਏ। ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਲਿਆਉਣਾ ਚਾਹਨਾ ਵੀ ਇੱਥੇ ਤੁਹਾਡੇ ਨੇੜੇ ਹੀ ਨਾ ਰਾਧਾ ਸੁਆਮੀਆਂ ਦਾ ਬੜਾ ਤਗੜੀ ਜ਼ਮੀਨ ਹੈ, ਉੱਥੇ 35 ਕਿੱਲੇ ਬਾਦਲ ਸਾਹਿਬ ਨੇ ਆਪਣੀ ਸਰਕਾਰ 'ਚ, ਤੁਸੀਂ ਦੇਖਿਆ ਹੁਣ ਉਹ ਸੜਕ ਤੋਂ ਨਹੀਂ ਲੰਘੇ, ਹੁਣ ਉਹ ਸੜਕ ਵੀ ਬੰਦ ਕਰਕੇ ਨਾ ਉਹਨਾਂ ਨੂੰ ਕਬਜ਼ਾ ਕਰਾਇਆ ਗਿਆ। ਇੱਕ ਰਾਧਾ ਸੁਆਮੀਆਂ ਨੂੰ ਤਾਂ ਉਹ ਕਬਜ਼ੇ ਕਰਾ ਰਿਹਾ, ਪਰ ਸਾਡੀ ਗੁਰੂ ਘਰਾਂ ਦੀ ਜ਼ਮੀਨਾਂ ਇਸ ਤਰ੍ਹਾਂ ਬਰਬਾਦ ਕਰ ਰਿਹਾ ਜਿਹੜੀ ਸੰਗਤਾਂ ਦੇ ਭਲੇ ਵਾਸਤੇ ਵਰਤੀ ਜਾਣੀਆਂ ਸੀ। ਕੀ ਇਹ ਗੱਲ ਚੰਗੀ ਹੈ? ਲੱਗਦਾ ਕਿ ਜਿੰਨੇ ਵੀ ਉੱਥੇ, ਮੇਰੇ ਆਖਰੀ ਸਵਾਲ ਇਹੀ ਹੈ ਕਿ ਐਸਜੀਪੀਸੀ ਦੇ ਉੱਤੇ ਜਿਸ ਤਰੀਕੇ ਨਾਲ ਸਾਰੇ ਪ੍ਰਧਾਨ ਬਣੇ ਨੇ, ਮੱਕੜ ਸਾਹਿਬ ਦਾ ਤੁਸੀਂ ਨਾਮ ਲਿਆ, ਲੌਂਗੋਵਾਲ ਸਾਹਿਬ ਬਣੇ ਨੇ, ਬੀਬੀ ਜਗੀਰ ਕੌਰ ਬਣੇ ਨੇ, ਇਹਨਾਂ ਜ਼ਮੀਨਾਂ ਜਾਇਦਾਦਾਂ ਵੱਧ ਜਾਂਦੀਆਂ ਨੇ ਜਿਵੇਂ ਜਿਵੇਂ ਪ੍ਰਧਾਨ ਰਹੇ ਨੇ। ਬਿਲਕੁਲ ਬਿਲਕੁਲ ਜੀ, ਉਹ ਸਾਰਾ ਹੀ ਹੁਣ ਜ਼ਿਆਦਾ ਪੈਸਾ ਤਾਂ ਨਾ ਇਹਨਾਂ ਦੇ ਆਪਣੇ ਉਸ ਵਾਸਤੇ ਵਰਤ ਰਹੇ ਹੈ, ਕਿਉਂਕਿ ਨਾ ਤਾਂ ਉਸ ਪ੍ਰਬੰਧ 'ਚ ਅਜੇ ਕੋਈ ਹਿਸਾਬ ਲੈਣ ਵਾਲਾ, ਕੋਈ ਆਪੋਜੀਸ਼ਨ ਕਾਇਮ ਹੋਈ ਹੈ, ਨਾ ਕੋਈ ਦੂਜੀ ਧਿਰ ਦੀ ਸ਼੍ਰੋਮਣੀ ਕਮੇਟੀ ਤੇ ਕੋਈ ਕਬਜ਼ਾ ਹੋਇਆ। ਇਸ ਕਰਕੇ ਇਹ ਇਲੈਕਸ਼ਨਾਂ ਵੀ ਨਹੀਂ ਹੋਣ ਦਿੰਦੇ, 10-10 15-15 ਸਾਲ ਆਮ ਇਲੈਕਸ਼ਨ ਨੂੰ ਲੱਗ ਜਾਂਦੇ ਆ। ਇਸੇ ਕਰਕੇ ਇਹਨਾਂ ਦੇ ਜਿਹੜੇ ਇਹ ਘਪਲੇ ਹੈ ਨਾ, ਉਹ ਨੰਗੇ ਨਹੀਂ ਹੁੰਦੇ, ਕਿਉਂ ਜਿਹੜੇ ਇਹਨਾਂ ਦੇ ਉਹ ਐਗਜ਼ੈਕਟਿਵ ਦੇ ਮੈਂਬਰ ਹੈ ਜਾਂ ਜੋ ਵੀ ਪ੍ਰਧਾਨ ਹੈ, ਸਾਰਾ ਇਹਨਾਂ ਦੀ ਉਸ ਨਾਲ ਬਣਦਾ। ਇਸ ਕਰਕੇ ਜੇ ਕੱਲ੍ਹ ਨੂੰ ਕੋਈ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ, ਪ੍ਰਬੰਧ ਚੰਗੇ ਹੱਥਾਂ 'ਚ ਆਵੇ, ਫਿਰ ਇਹਨਾਂ ਦੇ ਪਿਛਲੇ ਵੀ ਘਪਲੇ ਉਹ ਨੰਗੇ ਹੋਣ। ਤੇ ਸਾਰੀ ਗੱਲ ਬਸ ਸੁਣੀਏ ਕਿ ਇੱਕ ਅਕਾਲ ਯੂਥ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਜਿਸ ਤਰੀਕੇ ਨਾਲ ਜੋ ਜ਼ਮੀਨ ਹੈ, ਜ਼ਮੀਨ ਇੱਕ ਔਰਤ ਨੇ ਦਾਨ ਦਿੱਤੀ ਸੀ, ਉਸ ਤੋਂ ਬਾਅਦ ਉਸ ਨੂੰ ਵੇਚਿਆ ਗਿਆ 2012-13 ਦੇ ਵਿੱਚ। ਉਸ ਦੀ ਕੀਮਤ 16 ਕਰੋੜ ਸੀ, ਪਰ ਅੱਜ 66 ਕਰੋੜ ਹੈ। ਉਸ ਨੂੰ ਲੈ ਕੇ ਕਿਤੇ ਨਾ ਕਿਤੇ ਘਪਲੇ ਐਸਜੀਪੀਸੀ ਸਾਹਮਣੇ ਆਉਂਦੇ ਜਾ ਰਹੇ ਨੇ। ਇੱਕ ਆਸਥਾ ਦੀ ਜਦੋਂ ਗੱਲ ਹੁੰਦੀ ਹੈ, ਇੱਕ ਆਮ ਸਿੱਖ ਕਹਿੰਦਾ ਕਿ ਸਾਡੀ ਆਸਥਾ ਦਾ ਸਵਾਲ ਹੈ, ਪਰ ਐਸਜੀਪੀਸੀ ਤੋਂ ਜਿਵੇਂ ਹੁਣ ਤੁਸੀਂ ਸੁਣਿਆ ਕਿ ਸਵਾਲ ਜਵਾਬ ਕੀਤੇ ਜਾ ਸਕਦੇ ਨੇ, ਉਹਨਾਂ ਤੋਂ ਹਿਸਾਬ ਮੰਗਿਆ ਜਾ ਸਕਦਾ। ਐਸਜੀਪੀਸੀ ਸੰਸਥਾ ਮਾੜੀ ਨਹੀਂ, ਪਰ ਜਿਹੜਾ ਪ੍ਰਬੰਧ ਹੈ ਉਹ ਮਾੜੇ ਹੱਥਾਂ ਦੇ ਵਿੱਚ ਹੈ, ਪ੍ਰੈਸ ਕਾਨਫਰੰਸ 'ਚ ਕਿਹਾ ਗਿਆ। ਤਾਂ ਦੇਖਾਂਗੇ ਐਸਜੀਪੀਸੀ ਦੀ ਹੋਰ ਘਪਲਿਆਂ ਦੀ ਲਿਸਟ ਕਿੰਨੀ ਵੱਡੀ ਹੈ, ਇਹ ਸਮਾਂ ਦੱਸੂਗਾ। ਪਰ ਲਗਾਤਾਰ ਹੀ ਪਹਿਲੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਵਿੱਚ ਉਹਨਾਂ ਨੇ ਫਰਨੀਚਰ ਨੂੰ ਲੈ ਕੇ ਜ਼ਿਕਰ ਕੀਤਾ ਸੀ ਕਿ ਕਰੋੜਾਂ ਦਾ ਜਿਹੜਾ ਉੱਥੇ ਘਪਲਾ ਹੋਇਆ ਹੈ। ਹੁਣ ਦੇਖਾਂਗੇ ਗੱਲ ਕਿੱਧਰ ਨੂੰ ਜਾਂਦੀ ਹੈ। ਐਸਜੀਪੀਸੀ ਦੀ ਚੋਣਾਂ ਵੀ ਵਿੱਚ ਅਟਕਦੀਆਂ ਪਈਆਂ ਨੇ, 10 ਸਾਲ ਹੋ ਗਏ ਨੇ ਕਰੀਬ ਚੋਣਾਂ ਹੋਈਆਂ ਨਹੀਂ, ਕਿਉਂਕਿ ਚੋਣਾਂ ਵੀ ਹੋਣਗੀਆਂ ਤਾਂ ਕਿਤੇ ਨਾ ਕਿਤੇ ਰਾਜਨੀਤੀ ਵੀ ਹਾਵੀ ਹੁੰਦੀ ਜਾ ਰਹੀ ਹੈ। ਤੁਸੀਂ ਪੰਜਾਬ ਨਿਊਜ਼ ਦੇ ਨਾਲ ਜੁੜੇ ਦੇ ਨਾਲ ਤੁਹਾਨੂੰ ਪਲ ਪਲ ਦੀ ਅਪਡੇਟ ਅਸੀਂ ਦਿੰਦੇ ਰਹਾਂਗੇ।